सतनाम श्री वाहिगुरु साहिब जी। कोट पराध हमारे खंडो अनक विधि समझावो। हम अज्ञान अल्प मत थोरी, तुम आपन बिरद रखाओ। हम अज्ञान अल्प मत थोरी, तुम आपन बिरद रखाओ। कोट ब्रह्मंडम दे मालक अंतरजामी सतगुरु साहिब श्री गुरु ग्रंथ साहिब महाराज जी दे पावन मुकद्दस चरनां विच हाजरीन, गुरु प्यारी साध संगत जी, आओ सारियां संगतां प्यार दे नाल गुर बख्शिश गुर फतेह दी सांझ करिए। आखो जी वाहिगुरु जी का खालसा वाहिगुरु जी की फतेह। श्वास श्वास करके शुक्रगुजार हाँ पिता सतगुरु श्री गुरु ग्रंथ साहिब जी दे, जिन्हां ने महान मिहरामत करते हुए तखत साहिब पर सुभाईमान होकर संगतां नूं दर्शनां दी दात बख्शिश कीती। बाणी दा फरमान है, दर्शन देख जीवां गुर तेरा, पूर्ण कर्म होए प्रभ मेरा। गुरु पिता जी दे दर्शन जीवन दान बख्शिश करन वाले हन। दर्शन करदियां होया अमृत बाणी दे प्रवाह चले, श्री नितनेम जी दे पाठ होए, आसा जी की वार दे कीर्तन गुरमुखां ने आप संगतां नूं सरवण कराए। सो हुण समा होया है जो पिता सतगुरु जी ने अपने मुखार बिंद तो अमृत वेले मुखवाक बख्शिया। उस मुखवाक दी विचार दा, क्योंकि साध संगत पावन बाणी दी विचार दे नाल मनुख दा जीवन घड़िया जांदा है। पावन बाणी दीयां विचारां दे नाल मनुख नूं सोझी मिलती है। आओ विचारां नाल जुड़िए, सारे प्यार नाल आखो सतनाम श्री वाहिगुरु साहिब जी। सोरठ महला पंजवा, गुरपुरै कृपा तारी, प्रभ पूरी लोच हमारी। धन धन साहिब श्री गुरु अर्जन देव महाराज जी बाणी दे रचनहार,
ਸੋਰਠ ਰਾਗ ਵਿੱਚ 621 ਅਤੇ 22 ਅੰਗ ਉੱਪਰ ਅੰਕਿਤ ਇਸ ਪਾਵਨ ਮੁਖ ਵਾਕ ਦੀ ਅੱਜ ਬਖਸ਼ਿਸ਼ ਕਰਦੇ ਹਨ। ਜਿਸ ਪਾਵਨ ਮੁਖ ਵਾਕ ਦੇ ਰਹਾਉ ਦੇ ਬੰਦ ਵਿੱਚ ਗੁਰਦੇਵ ਜੀ ਨੇ ਕਿਰਪਾ ਕੀਤੀ। ਸੰਤੋ ਰਾਮ ਨਾਮ ਨਿਸਤਰੀਐ, ਊਠਤ ਬੈਠਤ ਹਰ ਹਰ ਧਿਆਈਐ, ਆਨ ਦਿਨ ਸੋ ਕ੍ਰਿਤ ਕਰੀਐ। ਸਾਹਿਬ ਪਿਤਾ ਜੀ ਕਿੰਨੇ ਪਿਆਰ ਭਰੇ ਸ਼ਬਦਾਂ ਨਾਲ ਸੰਬੋਧਿਤ ਹੁੰਦੇ ਹਨ। ਕਦੇ ਵੀ ਮਨੁੱਖਤਾ ਨੂੰ ਇਸ ਤਰ੍ਹਾਂ ਦੇ ਸ਼ਬਦਾਂ ਨਾਲ ਗੁਰੂ ਪਿਤਾ ਜੀ ਸੰਬੋਧਿਤ ਨਹੀਂ ਹੁੰਦੇ ਜਿਸ ਨਾਲ ਮਨੁੱਖੀ ਮਨ ਨੂੰ ਠੇਸ ਪਹੁੰਚੇ। ਪਿਆਰ ਭਰੀ ਸ਼ਬਦਾਵਲੀ ਵਰਤਿਆ। ਸੰਤ ਹੋ ਰਾਮ ਨਾਮ ਨਿਸਤਰੀਐ। ਸੰਸਾਰ ਇੱਕ ਸਮੁੰਦਰ ਵਾਂਗ ਹੈ। ਸਮੁੰਦਰ ਤਰਨ ਵਾਸਤੇ ਸਾਨੂੰ ਮਦਦ ਦੀ ਲੋੜ ਹੈ। ਜਹਾਜ਼ ਹੋਵੇ ਤਾਂ ਅਸੀਂ ਸਮੁੰਦਰ ਨੂੰ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਵਾਲੇ ਪਾਸੇ ਨੂੰ ਜਾ ਸਕਦੇ ਹਾਂ, ਦੂਸਰੇ ਦੇਸ਼ ਵੱਲ ਨੂੰ ਜਾ ਸਕਦੇ ਹਾਂ। ਜਹਾਜ਼ ਤੋਂ ਬਿਨਾਂ, ਸ਼ਿਪ ਤੋਂ ਬਿਨਾਂ ਕੋਈ ਸਾਧਨ ਨਹੀਂ। ਇਸੇ ਤਰੀਕੇ ਨਾਲ ਮਹਾਰਾਜ ਜੀ ਕਹਿੰਦੇ ਸੰਸਾਰ ਵਿਕਾਰਾਂ ਦਾ ਸਮੁੰਦਰ ਹੈ। ਇੱਥੇ ਲੋਭ ਮੋਹ ਹੰਕਾਰ ਦੀਆਂ ਲਹਿਰਾਂ ਹਨ। ਇੱਥੇ ਤ੍ਰਿਸ਼ਨਾ, ਈਰਖਾ, ਨਫ਼ਰਤ, ਸਾਰਾ ਕੁਝ ਮਨੁੱਖ ਨੂੰ ਡੋਬਣ ਵਾਸਤੇ ਤਿਆਰ ਹੈ। ਪਰ ਇਸ ਸੰਸਾਰ ਵਿੱਚੋਂ ਜੇ ਮਨੁੱਖ ਡੁੱਬ ਰਿਹਾ ਹੈ ਤੇ ਤਾਰੇਗਾ ਕੌਣ? ਬਾਣੀ ਦਾ ਇੱਕ ਵਾਕ ਹੈ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਇਹ ਸੰਸਾਰ ਸਮੁੰਦਰ ਹੈ। हे ਗੋਬਿੰਦ ਪਰਮਾਤਮਾ, ਤੂੰ ਆਪ ਹੀ ਤਾਰਨ ਵਾਲਾ ਹੈ। ਤੂੰ ਆਪ ਸਾਨੂੰ ਤਾਰ ਲੈ। ਤਾਂ ਫਿਰ ਬਾਣੀ ਦਾ ਇੱਕ ਬਚਨ ਹੈ ਜੋ ਭੱਟ ਸਾਹਿਬਾਨਾਂ ਨੇ ਅੰਕਿਤ ਕੀਤਾ। ਉਹ ਕਹਿੰਦੇ ਗੁਰ ਜਹਾਜ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਏ, ਗੁਰ ਪ੍ਰਸਾਦ ਪ੍ਰਭ ਪਾਈਐ, ਗੁਰ ਬਿਨ ਮੁਕਤ ਨਾ ਹੋਏ। ਕਹਿੰਦੇ ਗੁਰ ਜਹਾਜ ਖੇਵਟ ਗੁਰੂ। ਜਹਾਜ ਗੁਰੂ ਹੈ ਤੇ ਮਲਾਹ ਵੀ ਗੁਰੂ ਹੈ। ਗੁਰ ਬਿਨ ਤਰਿਆ ਨਾ ਕੋਈ। ਇਸ ਸੰਸਾਰ ਤੋਂ ਗੁਰੂ ਬਿਨਾ ਕੋਈ ਨਹੀਂ ਤਰਿਆ। ਗੁਰੂ ਹੀ ਹੈ ਜਿਹੜਾ ਜੀਵਾਂ ਨੂੰ ਇਸ ਸੰਸਾਰ ਭਵਜਲ ਵਿੱਚੋਂ ਕੱਢਦਾ ਹੈ, ਭਾਵ ਮੁਕਤੀ ਦੀ ਦਾਤ ਬਖਸ਼ਿਸ਼ ਕਰਦਾ ਹੈ। ਗੁਰ ਪ੍ਰਸਾਦ ਪ੍ਰਭ ਪਾਈਐ, ਗੁਰ ਬਿਨ ਮੁਕਤ ਨਾ ਹੋਏ। ਗੁਰੂ ਦੀ ਕਿਰਪਾ ਨਾਲ ਦਾਤ ਮਿਲਦੀ, ਗੁਰੂ ਬਿਨਾ ਮੁਕਤੀ ਦੇਣ ਵਾਲਾ ਕੋਈ ਨਹੀਂ ਹੈ। ਜਿਨ੍ਹਾਂ ਗੁਰਮੁਖ ਭੱਟ ਸਾਹਿਬਾਨਾਂ ਦੀ ਬਾਣੀ ਆਪਾਂ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਦੇ ਹਾਂ, ਉਹਨਾਂ ਗੁਰਮੁਖ ਭੱਟ ਸਾਹਿਬਾਨਾਂ ਨੇ 123 ਸਵਈਏ ਲਿਖੀ ਹੈ ਗੁਰੂ ਮਹਾਰਾਜ ਦੀ ਸਿਫਤ ਵਿੱਚ। ਔਰ ਉਸ ਬਾਣੀ ਵਿੱਚ ਉਹ ਆਪਣੇ ਜੀਵਨ ਤਜਰਬੇ ਦਾ ਵੀ ਵਰਣਨ ਕਰਦੇ ਆ ਵੀ ਸੰਸਾਰ ਵਿੱਚ ਭਾਵੇਂ ਕਿੰਨੇ ਹੀ ਧਾਰਮਿਕ ਆਗੂ ਹਨ, ਪਰ ਜੋ ਵਡਿਆਈਆਂ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਨੇ ਉਹ ਕਿਤੋਂ ਵੀ ਨਹੀਂ ਮਿਲਦੀਆਂ। ਉਹ ਲਿਖਦੇ ਕਹਿੰਦੇ ਰਹਿਓ ਸੰਤ ਹਉ ਟੋਲ, ਸਾਧ ਬਹੁ ਤੇਰੇ ਡਿਠੇ, ਸੰਨਿਆਸੀ ਤਪਸੀ ਇਹ ਮੁਖੋਂ ਇਹ ਪੰਡਤ ਮਿੱਠੇ, ਬਰਸ ਏਕ ਹੋਂ ਫਿਰਿਓ ਕਿਨੈ ਨਹੁ ਪਰਚਾ ਲਾਇਓ, ਕਹਤੇ कहती सुनी रहत को खुशी न आयो, हर नाम छोड़ दूजे लगे तिनके गुण हो क्या कहो, गुरदैयो मलाए भिखिया जिव तू रखे है तिव रहो। ਇਹ ਜਿਹੜੇ ਭੱਟ ਸਾਹਿਬਾਨ ਸਨ ਨਾ, ਇਹਨਾਂ ਦਾ ਜਿਹੜਾ ਪਰਿਵਾਰਕ ਵਿਵਹਾਰ ਸੀ, ਇਹ ਕਵਿਤਾਵਾਂ ਲਿਖਦੇ ਸੀ ਬੜੀਆਂ ਕੀਮਤੀ ਤੇ ਉਹਨਾਂ ਦਾ ਗਾਇਨ ਕਰਦੇ ਸੀ। ਪਰ ਸਮੇਂ ਨਾਲ ਇਹਨਾਂ ਦੀ ਜਿਹੜੀ ਕਲਾ ਸੀ ਉਹ ਵੀ ਅਮੀਰਾਂ ਦੀ ਗੁਲਾਮ ਹੋ ਗਈ, ਵੀ ਅਮੀਰ ਲੋਕਾਂ ਦੀ, ਰਾਜਿਆਂ ਮਹਾਰਾਜਿਆਂ ਦੀ ਸਿਫਤ ਲਿਖਣੀ, ਉੱਥੋਂ ਆਪਣੀ ਗੁਜ਼ਰਾਨ ਕਰਨੀ। ਪਰ ਕੁਝ ਸ਼ਖਸੀਅਤਾਂ ਦੇ ਮਨ ਵਿੱਚ ਇਹ ਵਿਚਾਰ ਆਇਆ ਵੀ ਕਿਉਂ ਨਾ ਆਪਾਂ ਰੱਬ ਦੀ ਸਿਫਤ ਕਰੀਏ, ਪਰਮਾਤਮਾ ਦੀ।
ਤੇ ਜਦੋਂ परमात्मा की सिफत करन लगे फिर दूजा ख्याल ये पैदा होया भी जिहदी सिफत करदे उहनूं मिलीए, उहदे दर्शन करिए। किवें दर्शन होण? कहंदे बड़े धार्मिक लोग ने ਜਿਹੜੇ दावा करते हैं कि असीं रब प्राप्त किया है, परमात्मा सानूं मिलिया है, कहंदे आपां उन्हां कोल जावांगे, वो सानूं भी परमात्मा नाल मिला देणगे। ते ये सारे गुरमुख भट्ट तुर पए ते लिखदे आ, कहंदे रहियो संत हों टोल साध बहु तेरे डिठे। मैं लभदा फिरदा रहा, भट्ट साहिबान जी कहंदे रल के असीं लभदे रहे, कई साधु, कई संत, कई जोगी, कई तपस्वी, कई पंडित असीं उन्हां नूं मिले। रहियो संत हो टोल साध बहु तेरे डिठे, सन्यासी तपसीए मुखों ए पंडित मिठे। कहंदे बरस एक हों फिरियो किनै नहो परचौ लायो। कहंदे एक पूरा वरा, एक पूरा साल असीं लभदे रहे, मिलदे रहे, पर किसी नूं भी मिल के साडे मन नूं तसल्ली नहीं हुई। मनुख दे अंदर जिहड़ा जमीर है ना, जे बंदा उहदी आवाज़ सुने तो बहुत सारे फैसले हो जाते आ। कहंदे असीं अपने अंदर दी आवाज़ सुनदे, वो सानूं आवाज़ दिंदा भी ये भी जिन्हों मिले हो तुहाडा भला करन वाला नहीं है। कहंदे कारण की सी? बरस एक हों फिरियो किनै नहो परचौ लायो, कहते है कहती सुनी रहत को खुशी ना आयो। ਜਿਹੜੇ ਧਾਰਮਿਕ ਲੋਕ ਸਨ ਉਹਨਾਂ ਦੀਆਂ ਗੱਲਾਂ ਤੇ ਬਹੁਤ ਵੱਡੀਆਂ ਸਨ, ਅਸੀਂ ਗੱਲਾਂ ਵੀ ਵੇਖੀਆਂ ਤੇ ਉਹਨਾਂ ਦਾ ਕਿਰਦਾਰ ਵੀ ਵੇਖਿਆ, ਪਰ ਉਹਨਾਂ ਦਾ ਕਿਰਦਾਰ ਉਹਨਾਂ ਦੇ ਵਿਚਾਰ ਜਿੱਡਾ ਨਹੀਂ ਸੀ। ਵਿਚਾਰ ਵੱਡੇ ਸੀ, ਕਿਰਦਾਰ ਛੋਟਾ ਸੀ, ਕਹਿਣੀ ਤੇ ਕਰਨੀ ਦਾ ਮੇਲ ਨਹੀਂ ਸੀ। ਕਹਿੰਦੇ ਕਾਰਨ ਕੀ ਸੀ? ਹਰ ਨਾਮ ਛੋੜ ਦੂਜੇ ਲੱਗੇ, ਤਿੰਨ ਕੇ ਗੁਣ ਹੋ ਕਿਆ ਕਹੂੰ। ਕਹਿੰਦੇ ਰੱਬ ਦਾ ਨਾਮ ਉਹ ਆਪ ਨਹੀਂ ਸੀ ਜਪਦੇ। संसार तो किस चीज़ ने तारना? कहते संत हो राम नाम निस्तरी है। तो कहते धार्मिक आगुआं का जीवन हो गया, हर नाम छोड़ दूजे लगे, तिन के गुण हो क्या कहो। कहते केड़ा गुण सी जिहदी असीं व्याख्या करिए? गुर दइयो मिलाए भिखिया, जिव तू रखे हैं तिव रहूं। भट्ट भिखा जी कहते साडे वड्डे भाग सानूं दस पई ਤਾਂ ਅਸੀਂ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ। ਹੁਣ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਕੇ ਪਤਾ ਲੱਗਾ ਹੈ ਧਰਨ ਗਗਨ ਨਵ ਖੰਡ ਮਹਿ ਜੋਤ ਸਰੂਪੀ ਰਹਿਓ ਭਾਰ, ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਭੱਟ ਮਥੁਰਾ ਜੀ ਕਹਿੰਦੇ ਇੱਥੇ ਦਰਸ਼ਨ ਕਰਕੇ ਤਸੱਲੀ ਹੋਈ ਹੈ ਮਨ ਨੂੰ ਵੀ ਕੋਈ ਅੰਤਰ ਨਹੀਂ ਹੈ ਰੱਬ ਵਿੱਚ ਤੇ ਗੁਰੂ ਅਰਜਨ ਦੇਵ ਵਿੱਚ। ਗੁਰੂ ਅਰਜਨ ਦੇਵ ਪਰਮਾਤਮਾ ਦਾ ਸਰੂਪ ਹਨ, ਕਿਉਂਕਿ ਇਹ ਨਾਮ ਬਖਸ਼ਦੇ ਨੇ ਜਿਸ ਨਾਮ ਦੇ ਨਾਲ ਜੀਵਨ ਦਾ ਭਲਾ ਹੁੰਦਾ ਹੈ। ਤੇ ਗੁਰੂ ਅਰਜਨ ਦੇਵ ਜੀ ਸ਼ਬਦ ਵਿੱਚ ਅੱਜ ਕਿਰਪਾ ਕਰਦੇ ਭਲਿਓ, ਭਾਵੇਂ ਬਹੁਤ ਸੰਸਾਰ ਵਿੱਚ ਲੋਕ ਨੇ ਕੰਨਾਂ ਵਿੱਚ ਫੂਕਾਂ ਮਾਰਨ ਵਾਲੇ, ਮੰਤਰ ਦੇਣ ਵਾਲੇ, ਪਰ ਉਹਨਾਂ ਦੇ ਮੰਤਰਾਂ ਨਾਲ ਜੀਵਨ ਸਫਲ ਨਹੀਂ ਹੋਣਾ। राम नाम निस्तरी, राम का जिहड़ा इत्थे अर्थ है रमिया होया, व्यापक, हर थां ते वसिया होया, जिहड़ा कण कण विच मौजूद है। वो दशरथ पुत्र राम का इत्थे जिक्र नहीं किया, उन्हां दा जिक्र भी आउंदा। वो कहंदे रोवह राम निकाला भया, सीता लक्ष्मण विछड़ गया। वो उन्हां दा इतिहासक पक्ष है जो उन्हां दा जीवन, वो इशारे आए हैं गुरु ग्रंथ साहिब विच। पर इत्थे जो वडियाई परमात्मा दे नाम की है, क्योंकि साध संगत परमात्मा दे नाम तो उपर कोई भी चीज़ नहीं है। सिमरत वेद पुराण पुकारन पोथिया, नाम बिना सब कूड़ गाली होशियां। कहंदे सिमरत 27 सिमरतियां ने, वेद 4 ने, पुराण 18 ने, शास्त्र 6 ने। ये सारे धार्मिक ग्रंथ ये गल कहंदे है कि नाम बिना सब कूड़ गाली होशी। आपां गल्लां करदे आ, गल्लां करनियां जरूरी है, पर जरूरी गल्लां करनियां हुंदियां, बिना जरूरत तो कीतियां गल्लां दा कोई लाभ नहीं है। लाभ तो है जिन्ने सवासां नाल असीं परमात्मा दा नाम जप लवांगे, क्योंकि परमात्मा दा नाम भावें छोटा जिहा है पर इहदी कीमत बहुत वड्डी है। शब्द छोटा है पर कीमत बहुत वड्डी है। भाई गुरदास जी अपनियां रचनावां च लिखदे
कि जैसे हीरा हाथ में तनक सो दिखाई देत, मोल कीए ते दमकन भरत भंडार जी। हीरा छोटा जिहा हुंदा है, कोई वड्डा पत्थर नहीं हुंदा, पर उसकी कीमत ढेर माया मिलती है। छोटे जे हीरे की बहुत सारी कीमत होंदी है। नाल ही लिखते जैसे बर बंदे हुंडी लागत, ना भार कश आगे जाए पाईयत लक्ष्मी अपार। पुराने वेलियां च हुंडी कहंदे सी, हुण आपां चैक कहने। चैक उपर आपां कोई भी राशि रकम भरदे, कागज तो छोटा जिहा है, पर जदों आपां वसूल करते हैं तो उदों आपां नूं बहुत सारी कीमत मिलती है। एक उदाहरण दिंदे, जैसे बट बीज अत सूखम स्वरूप सो दिखाई देत, बोए से विविध करे बिरखा विस्तार जी। बट बीज, बट बोहड़ नूं कहंदे आ। बोहड़ का बीज बड़ा ही बरीक हुंदा, छोटा जिहा खसखस के दाने के जिन्ना, पर जदों उहनूं धरती विच बीज दिता जाए किड्डा वड्डा रुख उहदे विचों पैदा हुंदा है। ऐ ही महाराज जी के प्यारे भाई गुरदास जी कहते, तैसे बचन सचन गुर सिखन मैं जानिए महात्म गए हरद्वार जी। जिहड़ा गुरु का सच्चा बचन सच्चा नाम है, ਇਹਦਾ महात्म तो उदों पता लगता जो रब के घर बंदे दीयां नेकियां बुराइयां विचारियां जांदियां ने। चंगियाइयां बुराइयां वाचै धर्म हदूर, करमी आपो अपनी के नेड़े के दूर। वेखो रब दे घर च चंगियाइयां बुराइयां वेखियां भी किने किन्ने चंगे काम कीते, किने माड़े किन्ने कीते। उन्हां दे हिसाब नाल चंगे काम वालियां नूं रब दे नेड़े ते माड़े कर्म वालियां नूं रब तो दूर भेज दिता। पर छुटकारा किन्ना दा होया, कहंदे जिन्नी नाम ध्याया गए मसकत घाल, नानक ते मुख उजले केती छुट्टी नाल। छुटकारा उन्हां दा होया, मुक्ति उन्हां दी होई, घालना उन्हां दी प्रवान होई जिन्हां ने नाम जपिया। संत हो राम नाम निस्तरियै, उठत बैठत हर हर ध्याईऐ, अन दिन सुकृत करियै। देखो एक किरत जिहड़ी आपां अपनी गुजरान लई करदे हैं, उहदे बारे सानूं गुरु महाराज सिੱਖਿਆ दिंदे भी किरत धर्म दी होवे। भाव तुहाडी किरत जिहड़ी है उहदे च कपट ना होवे। किरत जिहड़ी है उहदे च नेकी होवे, किसी नाल धोखा ना हो। क्योंकि जे किरत कपट विच बदल गई तो फिर मनुख दा जीवन जिहड़ा है वो विनाश हो जाएगा। महाराज कहंदे एक सुकृत है, श्रेष्ठ काम, सब तो श्रेष्ठ काम की है, उठत बैठत हर हर ध्याईऐ, अन दिन सुकृत करिए। सब तो श्रेष्ठ कारज है उठदियां बहिंदियां वाहिगुरू नूं सिमरिए। ये शुरुआत तो बड़ी बेरस हुंदी है। महाराज की बाणी च देखिया कहते, सिल जोग अलूणी चट्टी है। पत्थर ते जीभा मारन वाली गल है, पत्थर ते जीभ मारांगे स्वाद कोई नहीं आउंदा, पर रब दे नाम की शुरुआत जे बेरस है, पर इहदा मुकाम इहदी मंजिल बहुत आनंददायक। शुरुआत करनी औखी है, पहला अमृत वेले उठना औखा है, बैठ के जुड़ना औखा। पहला तो अपने तन के उपर आपां नूं अपना जोर पाउणा पवेगा, फिर जाके टिकेगा। हौली हौली जदों ये आदि हो गया, इनू आदत बन गई, फिर आपां नूं यतन करन दी लोड़ नहीं। जागदियां भी अंदरे अंदर रब का नाम चलेगा, सुत्तियां होयां भी चलेगा। देखो आपां एक चीज़ देखते, सुपने आउंदे आ, लगभग बहुतियां नूं आउंदे, कोई विरले होणगे जिन्हां नूं कदे कोई सुपना ना आया हो। तो सुपना हमेशा उही चीज़ का आउंदा है जिहड़ी बारे दिन विच किते ना किते कोई गल कीती होवे जां सोचिया होवे, फिर उहदा विस्तार दिसदा। गल माड़ी भी सोची, फिर बहुत लम्मा विस्तार। तो जे सारा दिन बंदा रब बारे सोचे, रब बारे गल करे, तो जे किते रब का नाम सुपने विच बंदे की जबान तो निकले ना, तो भगत साहब जी कहते, सुपने हों बरड़ाए कै जेह मुख निकसै राम, ताकि पाकी पान ही मेरे तन को चाम। कहते जे सुपने च किते एक बारी बंदे की जबान तो वाहिगुरू नाम निकल आवे, कहते मैं उहदे तो इन्ना कि कुरबान जाना। भगत साहब कहते मेरे तन के चमड़े के जोड़े बना के उस शख्सियत के चरणों च पवा दो जिन्हों सुपने च भी रब चेते आवे। चेते तां ही आवेगा जे बंदा जागदियां चेते करेगा। इसलिए कहते उठत बैठत हर हर ध्याईऐ, अन दिन सुकृत करिए। रोज दिने रात
ਰੱਬ ਦੇ ਨਾਮ ਨੂੰ ਜਪਣ ਦਾ ਜਿਹੜਾ ਸ੍ਰੇਸ਼ਟ ਕਾਰਜ ਹੈ ਇਹ ਕਰਨਾ ਹੈ, ਕਿਉਂਕਿ ਇਹਦੇ ਨਾਲ ਹੀ ਸੰਸਾਰ ਤੋਂ ਮਨੁੱਖ ਦਾ ਭਲਾ ਹੋਣਾ ਹੈ। ਗੁਰ ਪੂਰੈ ਕਿਰਪਾ ਧਾਰੀ, ਗੁਰੂ ਅਰਜਨ ਦੇਵ ਜੀ ਕਹਿੰਦੇ ਪੂਰੇ ਗੁਰੂ ਜੀ ਨੇ ਕਿਰਪਾ ਕਰ ਦਿੱਤੀ ਹੈ, ਕਿਉਂਕਿ ਗੁਰੂ ਤੇ ਸਾਧ ਸੰਗਤ ਕਿਰਪਾ ਹੀ ਕਰਦਾ। ਸਤਿਗੁਰ ਸਭਨਾਂ ਦਾ ਭਲਾ ਮਨਾਏਗਾ। ਪਰ ਜੇ ਅਸੀਂ ਅਜੇ ਪੂਰਨ ਰੂਪ ਵਿੱਚ ਪ੍ਰਵਾਨ ਨਹੀਂ ਹੋਏ ਤਾਂ ਇਹਦਾ ਮਤਲਬ ਹੈ ਕਿ ਆਪਣੇ ਵਿੱਚ ਕੋਈ ਕਮੀ ਹੈ। ਗੁਰੂ ਵਿੱਚ ਕੋਈ ਕਮੀ ਨਹੀਂ ਹੈ। ਗੁਰੂ ਤਾਂ ਹਰ ਇੱਕ ਨੂੰ ਵਰਸਾਉਂਦਾ ਹੈ। ਜੇ ਕੋਈ ਕਮੀ ਹੈ ਤਾਂ ਉਹ ਮਨੁੱਖ ਵਿੱਚ ਹੈ। ਅਸੀਂ ਕਮੀਆਂ ਲੁਕਾਉਂਦੇ ਹਾਂ। ਗੁਰੂ ਮਹਾਰਾਜ ਦੇ ਸਾਹਮਣੇ ਸਾਨੂੰ ਆਪਣੀਆਂ ਕਮੀਆਂ ਪੇਸ਼ ਕਰ ਦੇਣੀਆਂ ਚਾਹੀਦੀਆਂ ਵੀ ਮਹਾਰਾਜ ਇਹ ਕਮੀਆਂ ਨੇ ਮੇਰੇ ਵਿੱਚ, ਤੇ ਮੇਰਾ ਵੱਸ ਨਹੀਂ ਚੱਲਦਾ, ਮੇਰੇ ਵਿੱਚ ਬਲ ਨਹੀਂ ਹੈ ਵੀ ਮੈਂ ਇਹਨਾਂ ਕਮੀਆਂ ਨੂੰ ਬਾਹਰ ਕੱਢ ਸਕਾਂ। ਤੁਸੀਂ ਹੀ ਕਿਰਪਾ ਕਰੋ। ਤੇ ਫਿਰ ਕਿਰਪਾ ਹੁੰਦੀ ਹੈ, ਕਰ ਕਿਰਪਾ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਾਈਆਂ। ਗੁਰੂ ਸਿਰ ਤੇ ਹੱਥ ਰੱਖ ਕੇ ਜੀਵਨ ਦੀਆਂ ਬੁਰਾਈਆਂ ਖਤਮ ਕਰ ਦਿੰਦਾ ਹੈ। ਗੁਰ ਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ। ਜਦੋਂ ਗੁਰੂ ਕਿਰਪਾ ਕਰੇ ਫਿਰ ਮਨੁੱਖ ਦੀ ਲੋਚ, ਇੱਛਾ, ਆਸ ਪੂਰੀ ਹੋ ਜਾਂਦੀ ਹੈ। ਤੇ ਆਸ ਹੈ ਕੀ ਸੀ? ਕਹਿੰਦੇ ਆਸ ਸੀ ਕਿ 8 ਪਹਿਰ ਤੁਧ ਧਿਆਈ। ਮੇਰੀ ਇਹ ਆਸ ਸੀ ਕਿ ਮੈਂ ਲਗਾਤਾਰ ਪ੍ਰਮਾਤਮਾ ਤੈਨੂੰ ਸਿਮਰਦਾ ਰਹਾਂ, ਕੋਈ ਇੱਕ ਵੀ ਸਵਾਸ ਤੁਹਾਡੀ ਯਾਦ ਤੋਂ ਬਿਨਾਂ ਨਾ ਮੇਰਾ ਗੁਜ਼ਰੇ। ਤੇ ਕਹਿੰਦੇ ਗੁਰੂ ਨੇ ਕਿਰਪਾ ਕਰ ਦਿੱਤੀ, ਮੇਰੀ ਲੋਚ, ਮੇਰੀ ਆਸ ਪੂਰੀ ਹੋ ਗਈ। ਕਰ ਇਸ਼ਨਾਨ ਗ੍ਰਹਿ ਆਏ। ਕਹਿੰਦੇ ਰੋਜ਼ ਤਨ ਦਾ ਇਸ਼ਨਾਨ ਤਾਂ ਬੰਦਾ ਕਰਦਾ ਹੀ ਹੈ। ਤੇ ਜਦੋਂ ਆਪਾਂ ਗੁਰਦੁਆਰਾ ਸਾਹਿਬ ਆਉਣੇ ਨਾ ਤੇ ਕਦੇ ਮਹਾਰਾਜ ਆਪਾਂ ਨੂੰ ਇਹ ਕਹਿੰਦੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਆਪਾਂ ਕਹਿੰਦੇ ਆਪਾਂ ਤਾਂ ਇਸ਼ਨਾਨ ਕਰਕੇ ਆਏ ਨਾ, ਵੀ ਰੋਜ਼ ਕਰਦੇ ਆ, ਸਾਫ਼ ਕੱਪੜੇ ਪਾਏ। ਮਹਾਰਾਜ ਜੀ ਕਹਿੰਦੇ ਮੈਨੂੰ ਨਹੀਂ ਲੱਗਦਾ, ਮੈਨੂੰ ਲੱਗਦਾ ਬਹੁਤ ਮੈਲੇ ਹੋ ਚੁੱਕੇ। ਆਪਾਂ ਕਹਿੰਦੇ ਨਹੀਂ। ਮਹਾਰਾਜ ਜੀ ਕਹਿੰਦੇ ਮੈਂ ਤੁਹਾਨੂੰ ਅੰਦਰੋਂ ਦੇਖਦਾ ਪਿਆ, ਤੁਸੀਂ ਅੰਦਰੋਂ ਮੈਲੇ ਹੋ ਚੁੱਕੇ ਹੋ। ਕਿੰਨੇ ਮੈਲੇ ਹੋ ਗਏ? ਕਈ ਵਾਰੀ ਬੱਚਾ ਜ਼ਿਆਦਾ ਮੈਲਾ ਹੋ ਜੇ, ਮਿੱਟੀ ਵਿੱਚ ਖੇਡਿਆ, ਆਪਾਂ ਉਹਨੂੰ ਕਹਿੰਦੇ ਵੀ ਕੀ ਪਸ਼ੂਆਂ ਵਰਗਾ ਬਣਿਆ ਪਿਆ। ਮਹਾਰਾਜ ਕਹਿੰਦੇ ਮੈਨੂੰ ਤੇ ਲੱਗਦਾ ਵੀ ਇੰਨੇ ਮੈਲੇ ਹੋ ਗਏ ਕਿ ਪਸ਼ੂਆਂ ਵਰਗੇ ਹਾਲਾਤ ਬਣ ਗਏ। ਕਰਤੂਤ ਪਸ਼ੂ ਕੀ ਮਾਨਸ ਜਾਤ। ਇਸ਼ਨਾਨ ਕਰ ਆਪਣੇ ਮਨ ਦਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਸਿਮਰਨ ਕਰ ਜਿਹਦੇ ਨਾਲ ਤੇਰਾ ਇਸ਼ਨਾਨ ਹੋਵੇ, ਤੇਰੇ ਅੰਦਰ ਦੀ ਸਫਾਈ ਹੋ ਜੇ। ਕਹਿੰਦੇ ਕਰ ਇਸ਼ਨਾਨ ਗ੍ਰਹਿ ਆਏ। ਗੁਰੂ ਸੰਗਤ ਵਿੱਚੋਂ ਮਨ ਦੀ ਸਫਾਈ ਕਰਕੇ ਮੁੜੇ, ਆਨੰਦ ਮੰਗਲ ਸੁਖ ਪਾਏ। ਹੁਣ ਜੀਵਨ ਆਨੰਦ ਬਣ ਗਿਆ। ਜੀਵਨ ਦੇ ਵਿੱਚ ਕੁਝ ਵੀ ਵਾਪਰਦਾ ਹੈ ਸਿਰਫ ਸ਼ੁਕਰਾਨਾ ਹੀ ਨਿਕਲਦਾ ਹੈ, ਕਦੇ ਵੀ ਸ਼ਿਕਵਾ ਨਹੀਂ ਨਿਕਲਦਾ, ਗਿਲਾ ਨਹੀਂ, ਰੋਸ ਨਹੀਂ, ਹਮੇਸ਼ਾ ਧੰਨਵਾਦ ਵਾਲੀ ਭਾਵਨਾ ਬਣ ਗਈ ਹੈ। ਆਨੰਦ ਮੰਗਲ ਸੁਖ ਪਾਏ। ਇਹ ਜੀਵਨ ਦਾ ਸਭ ਤੋਂ ਖੁਸ਼ੀ ਵਾਲਾ ਸੁੱਖ ਹੈ ਕਿ ਹੁਣ ਰੱਬ ਦਾ ਕੀਤਾ ਚੰਗਾ ਲੱਗਦਾ, ਹੁਣ ਪਰਮਾਤਮਾ ਦਾ ਕੀਤਾ ਮਿੱਠਾ ਲੱਗਦਾ। ਵੇਖੋ ਪਰਮਾਤਮਾ ਦਾ ਕੀਤਾ ਚੰਗਾ ਲੱਗਦਾ ਹੈ, ਪਰ ਉਹਨਾਂ ਨੂੰ ਲੱਗਦਾ ਜਿਹੜੇ ਨਾਮ ਨਾਲ ਜੁੜੇ ਹੁੰਦੇ। ਗੁਰੂ ਪਾਤਸ਼ਾਹ ਜੀ ਦੀ ਬਾਣੀ ਵਿੱਚ ਬਚਨ ਹੈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ, ਤੇਰਾ ਕੀਆ ਮੀਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ। ਇੱਕ ਅਰਦਾਸ ਹੈ ਵੀ ਮੈਂ ਨਾਮ ਪਦਾਰਥ ਮੰਗਦਾ ਹਾਂ, ਮੈਨੂੰ ਨਾਮ ਪਦਾਰਥ ਬਖਸ਼ੋ ਤਾਂ ਕਿ ਤੇਰਾ ਕੀਆ ਮੀਠਾ ਲੱਗੇ, ਤੁਹਾਡਾ ਕੀਤਾ ਹੋਇਆ ਮੈਨੂੰ ਮਿੱਠਾ ਲੱਗ ਸਕੇ। ਸਾਹਿਬ ਜੀ ਕਿਰਪਾ ਕਰਦੇ, ਕਹਿੰਦੇ ਭਲਿਓ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਆਪਣੇ ਜੀਵਨ ਦੇ ਵਿੱਚ ਆਨੰਦ, ਸੁੱਖ, ਵਡਿਆਈਆਂ ਪ੍ਰਾਪਤ ਕਰਨੀਆਂ। ਸੰਤ ਕਾ ਮਾਰਗ ਧਰਮ ਕੀ ਪੌੜੀ। ਕਹਿੰਦੇ ਜਿਹੜੇ ਵਡਭਾਗੀ ਹੁੰਦੇ ਆ, ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ। ਜਿਹੜੇ ਵਡਭਾਗੀ ਹੁੰਦੇ ਆ, ਜਿਹੜੀਆਂ ਮਹਾਨ ਰੂਹਾਂ ਹੁੰਦੀਆਂ ਨੇ, ਉਹਨਾਂ ਦਾ ਮਾਰਗ ਕੀ ਹੁੰਦਾ? ਧਰਮ ਕੀ ਪੌੜੀ। ਧਰਮ ਕੀ ਹੈ? ਮਹਾਰਾਜ ਕਹਿੰਦੇ ਸਗਲ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਉਹ ਰੱਬ ਦਾ ਨਾਮ ਜਪਦੇ ਆ ਤੇ ਨਿਰਮਲ ਕਰਮ ਕਰਦੇ ਆ, ਸਾਫ ਸੁਥਰੇ, ਜਿਹੜੇ ਆਪਣੇ ਵੀ ਭਲੇ ਲਈ ਹੋਣ, ਦੂਸਰਿਆਂ ਦੇ ਵੀ ਭਲੇ ਲਈ ਹੋਣ। ਐਸੇ ਉੱਤਮ ਨਿਰਮਲ ਕਰਮ ਕਰਨ ਵਾਲੇ ਸੰਤ ਧਰਮ ਦੇ ਮਾਰਗ ਤੇ ਚੱਲਦੇ ਹਨ। ਕਹਿੰਦੇ ਮਾਰਗ ਸਾਰਿਆਂ ਨੂੰ ਨਹੀਂ ਮਿਲਦਾ, ਕਿਉਂਕਿ ਸਾਰੇ ਇਸ ਮਾਰਗ ਦੀ ਮੰਗ ਹੀ ਨਹੀਂ ਕਰਦੇ।
ਸਾਰੇ ਇਸ ਪ੍ਰਾਪਤੀ ਲਈ ਅਰਦਾਸ ਹੀ ਨਹੀਂ ਕਰਦੇ। ਸਾਡੀਆਂ ਬਹੁਤ ਵਾਰੀ ਦੀਆਂ ਅਰਦਾਸਾਂ ਸਿਰਫ ਤੇ ਸਿਰਫ ਸਾਡੀਆਂ ਸੰਸਾਰੀ ਲੋੜਾਂ ਲਈ ਹੁੰਦੀਆਂ ਨੇ, ਪਰ ਮਹਾਰਾਜ ਦੇ ਘਰ ਤੋਂ ਨਾਮ ਦਾਨ ਜ਼ਰੂਰ ਮੰਗਣਾ ਚਾਹੀਦਾ ਹੈ। ਕੋਟ ਜਨਮ ਕੇ ਕਿਲ ਬਿਖ ਨਾਸੇ, ਹਰ ਚਰਣੀ ਚਿਤ ਲਾਏ। ਗੁਰੂ ਚਰਨਾਂ ਨਾਲ ਚਿੱਤ ਲੱਗ ਜੇ ਤਾਂ ਕਰੋੜਾਂ ਜਨਮਾਂ ਦੇ ਜਿਹੜੇ ਪਾਪ ਮਨੁੱਖ ਦੇ ਨਾਲ ਤੁਰੇ ਆ ਰਹੇ ਨੇ ਉਹਨਾਂ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਫਰਮਾਨ ਕਰਦੇ, ਸੁਣਿਐ ਦੁਖ ਪਾਪ ਕਾ ਨਾਸ, ਨਾਨਕ ਭਗਤਾਂ ਸਦਾ ਵਿਗਾਸ। ਜੀਵਨ ਵਿੱਚ ਸਦਾ ਖੇੜਾ ਬਣ ਜਾਂਦਾ ਹੈ। ਕਿਉਂਕਿ ਰੱਬ ਦੇ ਨਾਮ ਨੂੰ ਪੜ੍ਹਨ ਸੁਣਨ ਨਾਲ ਅਨੇਕਾਂ ਜਨਮਾਂ ਦੇ ਪਾਪ ਨਸ਼ਟ ਹੋ ਜਾਂਦੇ ਨੇ। ਉਸਤਤ ਕਰੋ ਸਦਾ ਪ੍ਰਭ ਆਪਣੇ, ਜਿਨ ਪੂਰੀ ਕਲ ਰਾਖੀ। ਮਹਾਰਾਜ ਜੀ ਕਹਿੰਦੇ ਉਸ ਪ੍ਰਭੂ ਪਰਮਾਤਮਾ ਦੀ ਸਿਫਤ ਕਰੋ ਜਿਹਨੇ ਪੂਰੇ ਬ੍ਰਹਿਮੰਡ ਨੂੰ ਸਹਾਰਾ ਦੇ ਕੇ ਰੱਖਿਆ ਹੈ, ਪੂਰੇ ਬ੍ਰਹਿਮੰਡ ਨੂੰ ਸਾਰੇ ਜੀਵਾਂ ਨੂੰ ਚਲਾ ਰਿਹਾ ਹੈ। ਜੀ ਜੰਤ ਸਭ ਭਏ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ। ਗੁਰੂ ਜੀ ਦੀ ਸੱਚੀ ਸਿੱਖਿਆ ਤੇ ਚੱਲਣ ਨਾਲ ਸਾਰੇ ਜੀਵ ਪਵਿੱਤਰ ਹੋ ਜਾਂਦੇ। ਅਸੀਂ ਆਪਣੇ ਆਪ ਨੂੰ ਸਾਫ਼ ਕਰ ਸਕਦੇ ਹਾਂ, ਪਰ ਪਵਿੱਤਰ ਬਾਣੀ ਹੀ ਕਰਦੀ ਹੈ। ਸੁਣਤੇ ਪੁਨੀਤ ਕਹਿਤੇ ਪਵਿੱਤ ਵਾਲੀ ਜਿਹੜੀ ਅਵਸਥਾ ਹੈ ਉਹ ਰੱਬ ਦੇ ਨਾਮ ਨਾਲ ਹੀ ਬਣਦੀ ਹੈ। ਸਾਫ਼ ਹੋਣ ਨਾਲ ਮਨੁੱਖ ਮਹਾਨ ਨਹੀਂ ਹੁੰਦਾ ਜਦੋਂ ਤੱਕ ਮਨੁੱਖ ਦੀ ਸੋਚ ਪਵਿੱਤਰ ਨਾ ਹੋਵੇ। ਬਿਗਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਨਿਰੜਾਇਆ। ਗੁਰੂ ਨੇ ਜਿਹੜਾ ਨਾਮ ਬਖਸ਼ਿਆ ਹੈ, ਜਦੋਂ ਅਸੀਂ ਉਸ ਨਾਮ ਦੇ ਉੱਪਰ ਆਪਣੀ ਸੁਰਤ ਟਿਕਾਉਣ ਦਾ ਯਤਨ ਕਰਦੇ ਹਾਂ ਤਾਂ ਵਿਘਨ ਵਿਨਾਸਨ ਸਭ ਦੁੱਖ ਨਾਸਨ। ਜਿੰਨੇ ਵੀ ਮੁਸ਼ਕਲਾਂ ਨੇ, ਮਾਰਗ ਵਿੱਚ ਰੁਕਾਵਟਾਂ ਨੇ, ਉਹ ਸਾਰੀਆਂ ਨਾਸ਼ ਹੋ ਜਾਂਦੀਆਂ ਨੇ। ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਪਾਪ ਮੁੱਕ ਜਾਂਦੇ ਆ, ਮਨੁੱਖ ਦੇ ਕਰਮ, ਮਨੁੱਖ ਦੀ ਸੋਚ ਪਾਵਨ ਪਵਿੱਤਰ ਹੋ ਜਾਂਦੀ ਹੈ। ਜਨ ਨਾਨਕ ਸੁਖ ਘਰ ਆਇਆ। ਫਿਰ ਅੰਦਰ ਮਨ 'ਚ ਵੀ ਸੁਖ, ਬਾਹਰ ਸੰਸਾਰ ਵਿੱਚ ਵੀ ਸੁਖ। ਕਿਵੇਂ? ਘਰ ਸੁਖ ਵਸਿਆ, ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦਿਰੜਾਇਆ। ਇਹ ਅੱਜ ਮਹਾਰਾਜ ਨੇ ਬਖਸ਼ਿਸ਼ ਕੀਤੀ ਪਾਵਨ ਮੁਖ ਵਾਕ ਦੀ। ਸਤਿਗੁਰੂ ਜੀ ਨੇ ਵਿਚਾਰ ਦੀ ਸੇਵਾ ਕਰਵਾਈ। ਸੇਵਾ ਕਰਦੀਆਂ ਹੋਈਆਂ ਗਲਤੀਆਂ ਭੁੱਲਾਂ ਦੀ ਗੁਰ ਸੰਗਤ ਜੀ ਮਾਫੀ ਬਖਸ਼ੋ। ਆਓ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਬਿਗਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦਿਰੜਾਇਆ। ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।